ਜਦੋਂ ਸਾਡੀਆਂ 50 ਦੀਆਂ 50 ਲੈਬੋਰਟਰੀਜ਼ ਸਾਡੀਆਂ ਖਤਮ ਹੋ ਜਾਂਦੀਆਂ ਨੇ, ਮਤਲਬ ਕੰਪਲੀਟ ਹੋ ਜਾਂਦੀਆਂ, ਚਾਲੂ ਹੋ ਜਾਂਦੀਆਂ, ਫਿਰ ਸਾਡਾ ਅਗਲਾ ਸਟੈਪ ਜਿਹੜਾ ਉਹ ਹੈਗਾ ਸਾਡਾ ਮੈਡੀਕਲ ਸਟੋਰ ਖੋਲ੍ਹਣ ਦਾ। ਸੋ ਉਹ ਅਸੀਂ 31 ਮਾਰਚ ਤੱਕ ਸਾਡਾ ਟੀਚਾ ਹੈ ਕਿ ਅਸੀਂ 10 ਮੈਡੀਕਲ ਸਟੋਰ ਪਹਿਲਾਂ ਜਿਹੜਾ ਇਹਨਾਂ ਲੈਬੋਰਟਰੀਜ਼ ਨਾਲ ਖੋਲ੍ਹਾਂਗੇ। ਕਿੱਥੇ ਉਹ ਲੈ ਰਹੇ ਨੇ 3-3.5 ਰੁਪਏ, ਅਸੀਂ 300 ਰੁਪਏ 'ਚ ਕਰ ਰਹੇ ਹਾਂ ਉਹੀ ਟੈਸਟ। ਉਹੀ ਮੈਂ ਕਹਿ ਰਿਹਾ ਸੀ ਵੀ 3000 ਵਾਲਾ ਟੈਸਟ 300 'ਚ ਕਰ ਦਿੰਦੇ ਹੋ, ਮਤਲਬ ਕਿ 90% ਮੁਨਾਫਾ ਕਮਾ ਰਹੇ ਆ ਜੀ ਉਹ। ਹਾਂ ਬਿਲਕੁਲ ਕਮਾ ਰਹੇ ਆ ਜੀ। ਇਸ ਗੱਲ ਦਾ ਦੇਖੋ ਨੁਕਸਾਨ ਹੈ, ਅਤੇ ਉਹਨਾਂ ਨੂੰ ਖਿਝ ਵੀ ਆਈ, ਗੁੱਸਾ ਵੀ ਕੱਢਿਆ ਸਾਡੇ 'ਤੇ ਆ ਕੇ। ਈਵਨ ਸਾਡੇ ਆਫਿਸ ਵਿੱਚ ਆ ਕੇ ਇਹਨਾਂ ਦੀ ਜਿਹੜੇ ਪ੍ਰੈਜ਼ੀਡੈਂਟ ਹੈਗੇ ਇਹਨਾਂ ਦੀ ਐਸੋਸੀਏਸ਼ਨ ਦੇ ਜਿਹੜੇ ਲੈਬ ਦੇ, ਸਾਡੇ ਆਫਿਸ 'ਚ ਆ ਕੇ ਸਾਨੂੰ ਥ੍ਰੈਟ ਕਰਕੇ ਗਏ ਉਹ ਵੀ ਤੁਸੀਂ ਗਲਤ ਕਰ ਰਹੇ ਹੋ, ਸਾਡੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ ਨੇ, ਤੁਸੀਂ ਇੰਨਾ ਪੈਸਾ ਕਮਾ ਰਹੇ ਹੋ। ਅਗਰ ਅਸੀਂ 12 ਰੁਪਏ 'ਚ ਕੰਮ ਕਰਕੇ ਸਾਨੂੰ ਲਾਸ ਨਹੀਂ ਹੈ, ਚਲੋ ਤੁਸੀਂ 20 ਰੁਪਏ ਲੈ ਲਓ, 25 ਰੁਪਏ ਲੈ ਲਓ, ਲੇਕਿਨ ਛਿਲ ਤਾਂ ਨਾ ਲਾਓ ਪੇਸ਼ੈਂਟ ਦੀ। ਫਿਰ ਜਿੱਥੇ ਉਹ ਜਿਹੜਾ ਪ੍ਰੈਜ਼ੀਡੈਂਟ ਸੀ, ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਤੇਰੀ ਲੈਬੋਰਟਰੀ ਕਿੱਥੇ ਹੈ? ਉਹ ਕਹਿੰਦਾ ਜੀ ਇਸ ਏਰੀਏ 'ਚ ਹੈ। ਫਿਰ ਮੈਂ ਡਾਕਟਰ ਸਾਹਿਬ ਨੂੰ ਮੈਂ ਕਿਹਾ ਜੀ ਇਹਨਾਂ ਦੇ ਏਰੀਏ 'ਚ ਜਿੱਥੇ ਇਹਨਾਂ ਦੀ ਲੈਬੋਰਟਰੀ ਆ, ਇੱਕ ਉੱਥੇ ਵੀ ਲੈਬੋਰਟਰੀ ਖੋਲ੍ਹ ਦਿਓ। ਅੱਛਾ ਜੀ। ਕਿਉਂਕਿ ਅਸੀਂ ਕਿਉਂ ਡਰੀਏ? ਸਟੋਰਾਂ ਦੇ ਉੱਤੇ ਦਵਾਈ ਮਿਲ ਕੇ ਉਹ ਵੀ 10% ਤੇ ਹੀ। ਦੇਖੋ ਜਿਹੜਾ ਪਤਾ ਤੁਹਾਨੂੰ ਮਾਰਕੀਟ 'ਚ ਜਿਹੜਾ ਲਿਖਿਆ ਹੋਇਆ ਉਹ ਤੁਹਾਨੂੰ ਮਿਲ ਰਿਹਾ 120 ਜਾਂ 125 ਰੁਪਏ ਦਾ ਮਿਲ ਰਿਹਾ ਨਾ, ਉਹਦੀ ਅਸਲੀ ਕੀਮਤ 9-10 ਰੁਪਏ ਤੋਂ ਉੱਤੇ ਨਹੀਂ ਹੈ। ਮੈਡੀਕਲ ਸਟੋਰਾਂ ਦੇ ਇਸ ਐਲਾਨ ਤੋਂ ਬਾਅਦ ਫਿਰ ਅੱਜ ਮੈਡੀਕਲ ਸਟੋਰ ਯੂਨੀਅਨ ਦੇ ਪ੍ਰਧਾਨ ਨੇ ਵੀ ਮੀਟਿੰਗਾਂ ਬੁਲਾ ਲਈਆਂ ਹੋਣੀਆਂ ਜੀ ਤੁਹਾਡੇ ਆਫਿਸ ਪਹੁੰਚਣ ਲਈ। ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ। ਅਸੀਂ ਤੁਹਾਡੇ ਤੇ ਮਾਣ ਕਰਦੇ, ਪਰ ਇੱਕ ਪੱਤਰਕਾਰੀ ਦਾ ਫਰਜ਼ ਨਿਭਾਉਂਦੇ ਹੋਏ ਸਵਾਲ ਮੈਂ ਕਰਨਾ ਚਾਹੁੰਦਾ ਹਾਂ ਵੀ ਡਾਕਟਰ ਸਾਹਿਬ, ਜਿਵੇਂ ਬਹੁਤ ਸਾਰੇ ਕਾਰਪੋਰੇਟ ਘਰਾਣਿਆਂ ਨੇ ਸ਼ੁਰੂ ਦੇ ਵਿੱਚ ਨਾ ਬਹੁਤ ਘੱਟ ਮਾਰਜਨ ਦੇ ਉੱਤੇ ਸ਼ੁਰੂ ਕਰ ਲਈਆਂ ਤੇ ਜੀ 80% ਆਫਰ ਦੇ ਦਿੱਤਾ ਜੀ, 90% ਦੇ ਦਿੱਤਾ, ਤੇ ਬਾਅਦ ਦੇ ਵਿੱਚ ਹੁਣ ਉਹਨਾਂ ਦੇ ਸਟੋਰਾਂ ਦੇ ਉੱਤੇ ਹੀ ਜੀ ਜਿਹੜੀ ਛੱਲੀ ਬਾਹਰ 10 ਰੁਪਏ ਦੀ ਮਿਲਦੀ, ਉੱਥੇ ਜੀ ਉਹ 50-50 ਰੁਪਏ ਦੀ ਮਿਲ ਰਹੀ। ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਜੀ ਆਉਣ ਵਾਲੇ ਅੱਜ ਤੋਂ 50 ਸਾਲ ਬਾਅਦ ਵੀ ਇਹੀ ਰੇਟ ਰਹਿਣਗੇ? ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਓਬਰਾਏ ਲਗਾਤਾਰ ਸਮਾਜ ਸੇਵੀ ਕੰਮਾਂ ਦੇ ਵਿੱਚ ਜਿਹੜੇ ਹੈਗੇ ਆ ਯੋਗਦਾਨ ਪਾ ਰਹੇ ਨੇ, ਤੇ ਉਹਨਾਂ ਦੇ ਵੱਲੋਂ ਵੱਖ-ਵੱਖ ਸ਼ਹਿਰਾਂ ਦੇ ਵਿੱਚ, ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ, ਵੱਖ-ਵੱਖ ਕਸਬਿਆਂ ਦੇ ਵਿੱਚ ਲੈਬੋਰਟਰੀਜ਼ ਵੀ ਖੋਲ੍ਹੀਆਂ ਜਾ ਰਹੀਆਂ ਨੇ, ਜਿਹੜੀਆਂ ਕਿ ਬਹੁਤ ਘੱਟ ਰੇਟ ਦੇ ਉੱਤੇ, ਜਿਹਨੂੰ ਇਹ ਵੀ ਕਿਹਾ ਜਾ ਸਕਦਾ ਵੀ ਨਾ ਮਾਤਰ ਜਿਹੜੇ ਹੈਗੇ ਉਹਨਾਂ ਦੀਆਂ ਕੀਮਤਾਂ ਹੈਗੀਆਂ। ਸੋ ਉਸੇ ਲੜੀ ਦੇ ਤਹਿਤ ਭਰਤਗੜ੍ਹ ਵਿਖੇ ਵੀ ਇੱਕ ਲੈਬੋਰਟਰੀ ਦਾ ਉਦਘਾਟਨ ਅੱਜ ਡਾਕਟਰ ਐਸ.ਪੀ. ਸਿੰਘ ਓਬਰਾਏ ਅਤੇ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਜੀ ਹੋਰਾਂ ਦੇ ਵੱਲੋਂ ਕੀਤਾ ਗਿਆ। ਓਬਰਾਏ ਸਾਹਿਬ ਸਾਡੇ ਨਾਲ ਗੱਲਬਾਤ ਲਈ ਹਾਜ਼ਰ ਨੇ, ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਓਬਰਾਏ ਸਾਹਿਬ, ਅੱਜ ਦੇ ਫੰਕਸ਼ਨ ਬਾਰੇ ਵੀ ਥੋੜ੍ਹੀ ਜਾਣਕਾਰੀ ਦਿਓ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਰਾਣਾ ਕੇ.ਪੀ. ਜੀ ਨੇ ਭਰਤਗੜ੍ਹ ਵਿੱਚ ਗੁਰਦੁਆਰਾ ਸਾਹਿਬ ਜਿਹੜੀ ਲੈਬੋਰਟਰੀ ਖੋਲ੍ਹੀ ਗਈ ਹੈ, ਸੋ ਉਹਦਾ ਉਦਘਾਟਨ ਕਰਕੇ ਅੱਜ ਲੈਬੋਰਟਰੀ ਜਿਹੜੀ ਹੈ ਉਹ ਪਬਲਿਕ ਨੂੰ ਸਮਰਪਿਤ ਕਰ ਦਿੱਤੀ ਹੈ, ਜਿੱਥੇ ਕਿ ਆਲਰੇਡੀ ਟੈਸਟ ਜਿਹੜੇ ਸ਼ੁਰੂ ਹੋ ਚੁੱਕੇ ਹੋਏ ਨੇ। ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ, ਇਹ ਮਿਲਾ ਕੇ ਟਰੱਸਟ ਵੱਲੋਂ 50 ਲੈਬੋਰਟਰੀਆਂ ਜਿਹੜੀਆਂ ਉਹ ਅਸੀਂ ਗੁਰੂ ਨਾਨਕ ਦੇਵ ਜੀ 550 ਸਾਲ ਗੁਰਪੁਰਬ ਨੂੰ ਸਮਰਪਿਤ, ਸੋ ਇਹ ਟਰੱਸਟ ਨੇ ਫੈਸਲਾ ਕੀਤਾ ਸੀ ਕਿ ਲੈਬੋਰਟਰੀਆਂ ਖੋਲ੍ਹੀਆਂ ਜਾਣਗੀਆਂ, ਅਤੇ ਤਕਰੀਬਨ ਦਸੰਬਰ ਤੋਂ ਪਹਿਲਾਂ ਅਸੀਂ ਇਹ 50 ਦੀ 50 ਲੈਬੋਰਟਰੀਜ਼ ਪੂਰੀਆਂ ਹੋ ਜਾਣਗੀਆਂ ਸਾਡੀਆਂ। ਪੰਜਾਬ ਅਸੀਂ ਸਾਰਾ ਕਵਰ ਕਰ ਚੁੱਕੇ ਹਾਂ ਤਕਰੀਬਨ। ਇਸ ਏਰੀਏ ਦੀ ਗੱਲ ਕਰੀਏ ਅਸੀਂ, ਤਾਂ ਸਾਡੀਆਂ 6 ਲੈਬੋਰਟਰੀਜ਼ ਆਲਰੇਡੀ ਇੱਥੇ ਚੱਲ ਰਹੀਆਂ ਨੇ ਡਿਸਟ੍ਰਿਕਟ ਰੋਪੜ ਦੇ ਵਿੱਚ ਹੀ। ਰੋਪੜ 'ਚ ਕਿੱਥੇ ਜੀ? ਰੋਪੜ ਸਾਡੇ ਇੱਕ ਤਾਂ ਨੰਗਲ ਚੱਲ ਰਹੀ ਹੈ, ਅੱਜ ਭਰਤਗੜ੍ਹ 'ਚ ਹੋ ਗਈ, ਨੂਰਪੁਰ ਬੇਦੀ ਚੱਲ ਰਹੀ ਹੈ, ਇੱਕ ਸਾਡੀ ਚੱਲ ਰਹੀ ਹੈ ਇੱਧਰ ਰੱਤੇਵਾਲ ਚੱਲ ਰਹੀ ਹੈ, ਉਸ ਤੋਂ ਬਾਅਦ ਰੋਪੜ 'ਚ 2 ਚੱਲ ਰਹੀਆਂ ਨੇ, ਪੁਲਿਸ ਲਾਈਨ ਚੱਲ ਰਹੀ ਹੈ, ਅਤੇ ਜਿਹੜਾ ਰੈੱਡ ਕਰਾਸ ਦੇ ਵਿੱਚ ਜਿਹੜੀ ਉੱਥੇ ਚੱਲ ਰਹੀ ਹੈ। ਸੋ ਇਹ 6 ਲੈਬੋਰਟਰੀਆਂ ਆਲਰੇਡੀ ਚੱਲ ਰਹੀਆਂ ਨੇ, ਅਤੇ ਅਗਲੇ ਸਾਡੇ ਆਉਣ ਵਾਲੇ ਕੁਝ ਟਾਈਮ ਦੇ ਵਿੱਚ ਸਾਡੀ ਇੱਕ ਅਨੰਦਪੁਰ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਇੱਕ ਲੈਬੋਰਟਰੀ ਖੁੱਲ੍ਹ ਰਹੀ ਹੈ। ਸੋ ਇਸ ਤਰੀਕੇ ਨਾਲ 6 ਲੈਬੋਰਟਰੀਆਂ ਸਾਡੀਆਂ ਜਿਹੜੀਆਂ ਇਸੇ ਮਹੀਨੇ ਦੇ ਅਗਲੇ ਮਹੀਨੇ ਦੇ ਵਿੱਚ ਹਰਿਆਣੇ 'ਚ ਆ ਰਹੀਆਂ ਨੇ, ਜਿਹਦੇ 'ਚ ਜਮਨਾ ਨਗਰ ਹੈ, ਪਾਣੀਪਤ ਹੈ, ਕਰਨਾਲ ਹੋ ਗਿਆ, ਰੱਤੇ ਉੱਧਰੋਂ ਆਪਣਾ ਦਾਦੂਵਾਲ ਹੈ, ਰਤੀਆ, ਅਤੇ ਇੱਕ ਸਾਡਾ ਹੈਗਾ ਚੀਕਾ। ਸੋ ਇਹ 6 ਲੈਬੋਰਟਰੀਆਂ ਸਾਡੀਆਂ ਉੱਥੇ ਵੀ ਆ ਜਾਣਗੀਆਂ। ਜਦੋਂ ਸਾਡੀਆਂ 50 ਦੀਆਂ 50 ਲੈਬੋਰਟਰੀਜ਼ ਸਾਡੀਆਂ ਖਤਮ ਹੋ ਜਾਂਦੀਆਂ ਨੇ, ਮਤਲਬ ਕੰਪਲੀਟ ਹੋ ਜਾਂਦੀਆਂ, ਚਾਲੂ ਹੋ ਜਾਂਦੀਆਂ, ਫਿਰ ਸਾਡਾ ਅਗਲਾ ਸਟੈਪ ਜਿਹੜਾ ਉਹ ਹੈਗਾ ਸਾਡਾ ਮੈਡੀਕਲ ਸਟੋਰ ਖੋਲ੍ਹਣ ਦਾ। ਸੋ ਉਹ ਅਸੀਂ 31 ਮਾਰਚ ਤੱਕ ਸਾਡਾ ਟੀਚਾ ਹੈ ਕਿ ਅਸੀਂ 10 ਮੈਡੀਕਲ ਸਟੋਰ ਪਹਿਲਾਂ ਜਿਹੜਾ ਇਹਨਾਂ ਲੈਬੋਰਟਰੀਜ਼ ਨਾਲ ਖੋਲ੍ਹਾਂਗੇ, ਅਤੇ ਅਗਲੇ ਸਾਲ ਦੇ ਵਿੱਚ ਸਾਡਾ ਦਸੰਬਰ ਤੱਕ ਜਿਹੜਾ ਸਾਡਾ ਟੀਚਾ ਹੈ ਕਿ ਅਸੀਂ 50 ਦੀਆਂ 50 ਜਿਹੜੀਆਂ ਲੈਬੋਰਟਰੀਜ਼ ਹੈਗੀਆਂ ਇਹਨਾਂ ਦੇ ਨਾਲ ਸਾਡੇ ਜਿਹੜੇ ਆ ਉਹ ਮੈਡੀਕਲ ਸਟੋਰ ਜਿਹੜੇ ਸਸਤੀਆਂ ਦਵਾਈਆਂ ਦੇ ਉਹ ਵੀ ਨਾਲ ਖੁੱਲ੍ਹ ਜਾਣਗੇ। ਜਿੱਥੇ ਅਸੀਂ ਪੰਜਾਬ ਇੱਧਰ ਕੀਤਾ, ਹਰਿਆਣਾ ਕਵਰ ਕੀਤਾ, ਹਿਮਾਚਲ 'ਚ ਬਿਲਕੁਲ ਸਾਡੀ ਨਾਲਾਗੜ੍ਹ ਚੱਲ ਰਹੀ ਹੈ ਆਲਰੇਡੀ, ਅਤੇ ਪਾਉਂਟਾ ਸਾਹਿਬ ਵੀ ਸਾਡੀ ਜਿਹੜੀ ਲੈਬੋਰਟਰੀ ਉੱਥੇ ਸਪੈਸ਼ਲ ਚਲਾਈ ਗਈ ਹੈ। ਇੱਕ ਅਸੀਂ ਪਟਨਾ ਸਾਹਿਬ ਜਿੱਥੇ ਅਸੀਂ ਕੈਂਪ ਲਗਾਉਂਦੇ ਹਾਂ, ਸੋ ਉੱਥੇ ਵੀ ਸਾਡੀ ਲੈਬੋਰਟਰੀ ਜਿਹੜੀ ਖੁੱਲ੍ਹ ਚੁੱਕੀ ਹੈ ਆਲਰੇਡੀ। ਇਹ 4-5 ਜਿਹੜੇ ਕੰਮ ਸੀ ਇਹ ਕਰਨ ਵਾਲੇ, ਕਿ ਜਿਸ ਤਰ੍ਹਾਂ ਪਹਿਲਾਂ ਅੱਖਾਂ ਦੇ ਕੈਂਪ ਲਗਾਏ ਗਏ,
50,000 ਤੋਂ ਉੱਤੇ ਅਸੀਂ ਜਿਹੜੇ ਅੱਖਾਂ ਦੇ ਆਪਰੇਸ਼ਨ ਕਰਕੇ ਲੈਂਸ ਪਾ ਚੁੱਕੇ ਹਾਂ, ਜਿਹੜੇ ਕਿ ਟੋਟਲੀ ਫ੍ਰੀ ਹੈ, ਕਿਸੇ ਕੋਲੋਂ 1 ਰੁਪਿਆ ਨਹੀਂ ਲਿਆ ਜਾਂਦਾ। ਦੂਸਰਾ ਜਿਹੜਾ ਸੀਗਾ ਉਹ ਕਿਡਨੀ ਦੇ ਪੇਸ਼ੈਂਟ ਵਾਸਤੇ ਸੀ, ਜਿਹੜੇ ਡਾਇਲਸਿਸ ਸੈਂਟਰ ਵਗੈਰਾ ਖੋਲ੍ਹੇ ਗਏ। ਤਕਰੀਬਨ 250 ਦੇ ਕਰੀਬ ਸਾਡੇ ਜਿਹੜੇ ਡਾਇਲਸਿਸ ਯੂਨਿਟ ਨੇ ਇਹ ਵੀ ਲੱਗੇ ਹੋਏ ਨੇ। ਇਹ ਵੀ ਅਸੀਂ ਸਾਰੇ ਤਕਰੀਬਨ ਕਵਰ ਕਰ ਚੁੱਕੇ ਹਾਂ। ਪੰਜਾਬ ਕਵਰ ਕੀਤਾ, ਫਿਰ ਹਰਿਆਣਾ, ਫਿਰ ਰਾਜਸਥਾਨ, ਹਿਮਾਚਲ ਪ੍ਰਦੇਸ਼, ਸੋ ਇੱਥੇ ਸਾਰੇ ਲੱਗ ਚੁੱਕੇ ਨੇ। ਥਰਡ ਜਿਹੜਾ ਸਾਡਾ ਸੀ ਉਹ ਸੀਗਾ ਸਸਤੇ ਜਿਹੜੇ ਟੈਸਟ ਦੇਣੇ ਆ, ਸੋ ਉਹ ਲੈਬੋਰਟਰੀ ਸਾਡੀਆਂ ਖੁੱਲ੍ਹ ਚੁੱਕੀਆਂ ਨੇ। ਚੌਥਾ ਸਟੈਪ ਸਾਡਾ ਜਿਹੜਾ ਉਹ ਹੈਗਾ ਮੈਡੀਸਨ ਦਾ। ਸੋ ਇਹ ਚਾਰੇ ਅਸੀਂ ਜਿਹੜੇ ਉਹ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਤੁਸੀਂ ਗੱਲ ਕੀਤੀ ਹੈ ਡਾਕਟਰ ਸਾਹਿਬ, 43ਵਾਂ ਜਿਹੜੀ ਹੈਗੀ ਇੱਥੇ ਲੈਬੋਰਟਰੀ ਖੋਲ੍ਹੀ ਗਈ, ਤਾਂ ਇਹਨਾਂ ਦੀ ਪਿੱਛੇ ਦੇਖ ਰੇਖ ਵੀ ਕਰਦਾ, ਜਾਂ ਫਿਰ ਜਿਵੇਂ ਸਰਕਾਰਾਂ ਆਪਣੇ ਸਟੋਰ ਵਗੈਰਾ ਖੋਲ੍ਹ ਲੈਂਦੀਆਂ ਜੀ, ਅਤੇ ਬਾਅਦ ਦੇ ਵਿੱਚ ਉੱਥੇ ਤਾਂ ਫਿਰ ਘਾਹ ਜਮਿਆ ਹੀ ਦਿਖਦਾ ਜੀ, ਉੱਥੇ ਤਾਂ ਕੋਈ। ਸਾਡਾ ਸਿਸਟਮ ਬਹੁਤ ਅੱਛਾ ਹੈ ਜੀ। ਡਾਕਟਰ DS ਗਿੱਲ ਜਿਹੜੇ ਕਿ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਸੀ ਹੈਲਥ ਚੋਂ, ਉਹਨਾਂ ਨੇ ਟਰਸਟ ਨੂੰ ਜੁਆਇਨ ਕਰ ਲਿਆ ਸੀ। ਇਹਨਾਂ ਸਾਰੀਆਂ ਜਿਹੜੀਆਂ ਲੈਬੋਰਟਰੀਜ਼ ਹੈ, ਇਹਨਾਂ ਦੀ ਜਿਹੜੀ ਸੈਂਟਰਲੀ ਸਾਡੀ ਪਰਚੇਜ਼ਿੰਗ ਹੈ, ਉਹ ਪਰਚੇਜ਼ਿੰਗ ਦਾ ਸਾਰਾ ਕੰਟਰੋਲ ਉਹਨਾਂ ਕੋਲ ਹੈ, ਡਿਸਟਰੀਬਿਊਸ਼ਨ ਸਾਰੀ ਉਹਨਾਂ ਕੋਲ ਹੈ। ਔਰ ਸਾਡਾ ਅੱਜ ਕੱਲ੍ਹ ਬੜਾ ਸੌਖਾ ਜਿਹੜਾ ਸੋਸ਼ਲ ਮੀਡੀਆ 'ਚ ਜਾਂ ਸਾਡਾ WhatsApp ਗਰੁੱਪ ਆਪਾਂ ਕਹਿ ਦਈਏ, ਅਤੇ ਉਹ ਸਾਡੇ WhatsApp ਗਰੁੱਪ ਹੈ ਕਿ ਜਿਹਦੇ 'ਚ ਮੈਂ ਖੁਦ ਇੱਕ ਮੈਂਬਰ ਹੈਗਾ ਉਹਦੇ ਵਿੱਚ, ਅਤੇ ਹਰ ਲੈਬੋਰਟਰੀ ਦਾ ਇੱਕ ਬੰਦਾ ਜਿਹੜਾ ਅਸੀਂ ਉਹ 'ਚ ਪਾਇਆ ਹੋਇਆ। ਡੇਲੀ ਜਿਸਲੇ ਸਾਡੀ ਕਲੋਜ਼ਿੰਗ ਹੁੰਦੀ ਹੈ ਸ਼ਾਮ ਨੂੰ, ਕਲੋਜ਼ਿੰਗ ਵੇਲੇ ਜੋ ਰਜਿਸਟਰ 'ਤੇ ਐਂਟਰੀ ਹੋਈ ਹੈ ਉਹਦੀ ਫੋਟੋ ਖਿੱਚ ਕੇ ਉਹਨਾਂ ਨੇ ਉਸੇ ਵੇਲੇ ਉੱਥੇ ਪਾਣੀ ਹੈ। ਔਰ ਜਿਹੜੀ ਕਲੈਕਸ਼ਨ ਹੋਈ ਹੈ ਨੈਕਸਟ ਡੇ ਮਾਰਨਿੰਗ ਉਹਨਾਂ ਨੇ ਆਪਣੇ ਆਪਣੇ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਜਮ੍ਹਾਂ ਕਰਾਉਣਾ ਹੈ। ਸੋ ਇਹ ਸਾਡੀ ਪ੍ਰੈਕਟਿਸ ਹੈ, ਸਾਡਾ ਬਕਾਇਦਾ ਚੈੱਕ ਹੈ। ਔਰ ਹਫਤੇ ਦੇ ਵਿੱਚ ਤਕਰੀਬਨ ਡਾਕਟਰ ਗਿੱਲ ਜਿਹੜੇ ਆ ਉਹ ਵਿਜ਼ਿਟ ਕਰਦੇ ਨੇ 2, 3 ਜਾਂ 4 ਲੈਬੋਰਟਰੀਆਂ ਜਿਹੜੀਆਂ ਹਰ ਹਫਤੇ ਉਹਨਾਂ ਨੇ ਕਰਨੀਆਂ। ਸੋ ਤਕਰੀਬਨ ਮਹੀਨੇ, 1.5 ਮਹੀਨੇ ਬਾਅਦ ਦੂਸਰੀ ਜਿਹੜੀ ਲੈਬੋਰਟਰੀ 'ਚ ਪਹਿਲਾਂ ਗਏ ਸੀ ਉਹਦੀ ਫਿਰ ਵਾਰੀ ਆ ਜਾਂਦੀ ਹੈ। ਸੋ ਪੂਰੀ ਨਿਗਰਾਨੀ ਹੈ। ਇਸ ਤੋਂ ਇਲਾਵਾ ਜਿਹੜਾ ਅਸੀਂ ਮੇਨ ਕੰਮ ਕੀਤਾ ਕਿ ਹਰ ਲੈਬੋਰਟਰੀ ਵਿੱਚ ਅਸੀਂ 3-3, 4-4 ਜਿਹੜੇ CCTV ਕੈਮਰੇ ਲਗਾਏ ਹੋਏ ਆ, ਔਰ ਉਹਦਾ ਕੰਟਰੋਲ ਵੀ ਸਾਰਾ ਸਾਡੇ ਕੋਲ ਹੈ, ਉਹ ਵੀ ਡਾਕਟਰ ਗਿੱਲ ਦੇ ਕੋਲ ਹੈ। ਸੋ ਆਪਣੇ ਆਫਿਸ ਬੈਠ ਕੇ ਹੀ ਦੇਖ ਸਕਦੇ ਨੇ ਕਿ ਉੱਥੇ ਕੀ ਹੋ ਰਿਹਾ। ਸੋ ਇਸ ਕਰਕੇ ਅਸੀਂ ਪੂਰਾ ਕੰਟਰੋਲ ਹੈ, ਕਿਉਂਕਿ ਇਹ 'ਚ ਦੇਖੋ ਇਹ 'ਚ ਪਬਲਿਕ ਦਾ ਪੈਸਾ ਨਹੀਂ ਹੈ, ਸਰਕਾਰ ਤੋਂ ਕੋਈ ਹੈਲਪ ਨਹੀਂ ਰਹੀ ਗਈ। ਇਹ ਸਿਰਫ ਦੇਖਿਆ ਜਾਏ ਤਾਂ ਸਰਬਤ ਦੇ ਭਲੇ ਟਰਸਟ ਦਾ ਪੈਸਾ ਹੈ। ਅਤੇ ਅਸੀਂ, ਮੇਰੀ ਇਹੀ ਬੇਨਤੀ ਹੁੰਦੀ ਸਾਰਿਆਂ ਨੂੰ ਕਿ ਸਾਡੇ ਕੋਲ ਸੈਲਰੀ ਪੇਡ ਤਾਂ ਹੈ ਨਹੀਂ, ਸਾਰੇ ਸੇਵਾ ਕਰ ਰਹੇ ਨੇ। ਔਰ ਮੈਂ ਇਹੀ ਗੱਲ ਕਹਿੰਦਾ ਹੁੰਦਾ ਉਹਨਾਂ ਨੂੰ ਕਿ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਟਰਸਟ ਦਾ ਜਿਹੜਾ 1-1 ਰੁਪਈਆ ਵੀ ਹੈ ਨਾ ਜੀ, ਉਹਨੂੰ ਸਹੀ ਜਗ੍ਹਾ 'ਤੇ ਪਹੁੰਚਾਓ। ਚਾਹੇ ਉਹ ਮੈਡੀਕਲ ਦੀ ਸ਼ੇਪ 'ਚ ਪਹੁੰਚਾ ਦਿਓ, ਚਾਹੇ ਉਹ ਤੁਸੀਂ ਐਜੂਕੇਸ਼ਨ ਦੀ ਪਹੁੰਚਾ ਦਿਓ, ਚਾਹੇ ਵਿਡੋ ਪੈਨਸ਼ਨ ਹੈ, ਚਾਹੇ ਮਕਾਨ ਬਣਾ ਕੇ ਦੇ ਰਹੇ, ਕੁਛ ਵੀ ਹੈ। 26-27 ਸਾਡੇ ਕੰਮ ਚੱਲ ਰਹੇ ਨੇ ਇਸ ਲਈ। ਸੋ ਉਹਨੇ ਪੈਸਾ ਜਿਹੜਾ ਸਾਡਾ ਸਹੀ ਲੋੜਵੰਦ ਤੱਕ ਪਹੁੰਚ ਜਾਵੇ ਤਾਂ ਹੀ ਸਾਡੀ ਕਾਮਯਾਬੀ ਹੈ। ਔਰ ਉਹ 'ਚ ਅਸੀਂ ਬਿਲਕੁਲ ਠੀਕ ਠਾਕ ਜਾ ਰਹੇ ਹਾਂ। ਸਾਡਾ ਕੋਈ ਵੀ ਪ੍ਰੋਜੈਕਟ ਹੈ, ਅਸੀਂ ਇਹ ਨਹੀਂ ਕਦੀ ਕਿ ਪ੍ਰੋਜੈਕਟ ਬਣਾ ਦਿੱਤਾ ਅਤੇ ਫਿਰ ਅਸੀਂ ਦੇਖ ਰੇਖ ਨਹੀਂ ਕਰਨੀ, ਨਹੀਂ, ਸਾਡੀ ਪੂਰੀ ਦੇਖ ਰੇਖ ਹੁੰਦੀ ਹੈ ਉਹਦੇ 'ਚ। ਜਿਵੇਂ ਤੁਸੀਂ ਲੈਬੋਰਟਰੀ ਖੋਲ੍ਹ ਦਿੰਦੇ ਹੋ ਜੀ, ਤਾਂ ਉਸ ਏਰੀਏ ਦੇ ਵਿੱਚ ਬਹੁਤ ਸਾਰੇ ਲੋਕ ਇਹ ਵੀ ਗੱਲਾਂ, ਜਿਨ੍ਹਾਂ ਨੂੰ ਨੁਕਸਾਨ ਹੋ ਰਿਹਾ ਲੈਬੋਰਟਰੀ ਵਾਲਿਆਂ ਨੂੰ, ਉਹ ਕਹਿੰਦੇ ਜੀ ਜਿਹੜੀਆਂ ਸਾਡੀਆਂ ਮਸ਼ੀਨਾਂ ਅਸੀਂ ਕਰੋੜਾਂ ਰੁਪਏ ਖਰਚ ਕੇ ਲਾਈਆਂ ਹੋਈਆਂ, ਉੱਥੇ ਛੋਟੀਆਂ ਮਸ਼ੀਨਾਂ ਹੈ, ਇਸ ਕਰਕੇ ਉਹਨਾਂ ਦੇ ਰੇਟ ਘੱਟ ਨੇ ਜੀ, ਇਸ ਤਰ੍ਹਾਂ ਕਹਿੰਦੇ ਵੀ ਨਜ਼ਰ ਆਉਂਦੇ ਨੇ। ਦੇਖੋ ਸਾਡੀ ਕੋਈ ਮਸ਼ੀਨ ਛੋਟੀ ਨਹੀਂ ਹੈ, ਸਾਰੀਆਂ ਇੰਪੋਰਟਡ ਮਸ਼ੀਨਾਂ ਨੇ, ਵਧੀਆ ਇਕਵਿਪਮੈਂਟ ਅਸੀਂ ਲਾਇਆ ਹੋਇਆ ਜੀ। ਜਿਸ ਲਈ ਅਸੀਂ ਜਿੱਦਾਂ ਹੁਣ ਅਸੀਂ ਟੈਸਟ ਕਰਦੇ ਹਾਂ, ਸਾਡੇ ਸੈਮੀ ਆਟੋ ਐਨਾਲਾਈਜ਼ਰ ਲੱਗਦੇ ਆ ਜੀ, ਉਹਦੀ ਲੋਡ ਹੁੰਦੀ ਜਿਸ ਲਈ ਸਾਡੇ ਕੋਲ ਨਾ 40, 50, 60, 70 ਪੇਸ਼ੈਂਟ ਅਗਰ ਡੇਲੀ ਦੇ ਆਉਂਦੇ ਆ, ਅਤੇ ਸਾਡੇ ਉਹ ਜਿਹੜੇ ਯੂਨਿਟ ਆ ਉਹ ਬਿਲਕੁਲ ਠੀਕ ਨੇ। ਜਦੋਂ ਅਸੀਂ ਦੇਖਦੇ ਹਾਂ ਕਿ 70, 80 ਤੋਂ ਉੱਤੇ ਪੇਸ਼ੈਂਟ ਵੱਧ ਗਏ, ਫਿਰ ਅਸੀਂ ਜਿਹੜਾ ਫੁੱਲੀ ਆਟੋਮੈਟਿਕ ਜਿਹੜਾ ਆਟੋ ਐਨਾਲਾਈਜ਼ਰ ਹੈ, ਫਿਰ ਅਸੀਂ ਉਹ ਲਗਾ ਦਿੰਦੇ ਹਾਂ। ਹੁਣ ਜਿੰਨੀਆਂ ਸਾਡੀਆਂ ਲੈਬੋਰਟਰੀਆਂ ਲੱਗੀਆਂ, ਘੱਟੋ ਘੱਟ 13-14 ਲੈਬੋਰਟਰੀਆਂ ਇਹ ਨੇ ਜਿਹਨੂੰ ਅਸੀਂ ਅਪਗ੍ਰੇਡ ਕਰ ਦਿੱਤਾ ਗਿਆ, ਕਿਉਂਕਿ ਉੱਥੇ ਜਿਹੜੇ ਲੋਕ ਆਉਣੇ ਸ਼ੁਰੂ ਹੋ ਗਏ, ਕੋਈ 125, 150, ਪੌਣੇ 200 ਜਿਹੜੇ ਲੋਕ ਆਉਣੇ ਸ਼ੁਰੂ ਹੋ ਗਏ, ਉਹ ਹੁਣ ਅਗਰ ਅਸੀਂ ਦੋ ਜਿਹੜੇ ਸੈਮੀ ਆਟੋ ਐਨਾਲਾਈਜ਼ਰ ਲਾਏ ਹੋਏ ਸੀ, ਉਹ ਨਹੀਂ ਸੀ ਵਾਰਾ ਖਾ ਰਿਹਾ, ਕਿਉਂਕਿ ਟਾਈਮ ਦੀ ਕਮੀ ਹੈ। ਇਸ ਲਈ ਅਸੀਂ ਵੱਡੇ ਯੂਨਿਟ ਲਾਤੇ ਨੇ ਉੱਥੇ, ਜਿਹਦੇ 'ਚ 30 ਟੈਸਟ ਜਿਹੜੇ ਐਟ ਏ ਟਾਈਮ ਜਿਹੜੇ ਉਹ ਹੋ ਜਾਂਦੇ ਨੇ, 30 ਮਰੀਜ਼ਾਂ ਦਾ 40 ਟੈਸਟ, ਅਤੇ ਉਹ ਹੀ ਸਾਰਾ ਕਰਕੇ ਅਸੀਂ, ਅਤੇ ਇਸ ਲਈ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। 2 ਚੀਜ਼ਾਂ ਦਾ ਖਾਸ ਖਿਆਲ ਰੱਖਿਆ ਅਸੀਂ, ਸਾਡਾ ਜਿਹੜੇ ਇਕਵਿਪਮੈਂਟ ਸਾਰਾ ਬਹੁਤ ਵਧੀਆ ਹੈਗਾ, ਦੂਜਾ ਜਿਹੜੇ ਜਿੰਨੇ ਸਾਡੇ ਟੈਕਨੀਸ਼ੀਅਨ ਨੇ ਸਾਰੇ ਵੈਲ ਕੁਆਲੀਫਾਈਡ ਹੈ, ਅੱਛੀ ਸੈਲਰੀ ਦੇ ਰਹੇ ਹਾਂ ਅਸੀਂ। ਮਤਲਬ ਕੱਲ੍ਹ ਨੂੰ ਮੈਂ ਨਹੀਂ ਚਾਹੁੰਦਾ, ਹੁਣ ਤੱਕ ਸਾਡਾ ਕਿਸੇ ਨੇ ਕੋਈ ਚੈਲੰਜ ਨਹੀਂ ਕੀਤਾ। ਲੋਕਾਂ ਨੂੰ ਦੇਖੋ ਬਿਜ਼ਨਸ 'ਚ ਪਿਆ ਹੋਇਆ, ਕਿਉਂਕਿ ਜਿਸ ਲਈ ਅਸੀਂ ਕੰਪੀਟੀਸ਼ਨ 'ਚ ਆ ਗਏ ਹਾਂ, ਕਿੱਥੇ ਉਹ ਲੈ ਰਹੇ ਨੇ 3-3.5 ਰੁਪਏ, ਅਸੀਂ 300 ਰੁਪਏ 'ਚ ਕਰ ਰਹੇ ਹਾਂ ਉਹੀ ਟੈਸਟ। ਉਹੀ ਮੈਂ ਕਹਿ ਰਿਹਾ ਸੀ ਵੀ 3000 ਵਾਲਾ ਟੈਸਟ 300 'ਚ ਕਰਦੇ ਨੇ, ਮਤਲਬ ਕਿ 90% ਮੁਨਾਫਾ ਕਮਾ ਰਹੇ ਆ ਜੀ ਉਹ। ਹਾਂ ਬਿਲਕੁਲ ਕਮਾ ਰਹੇ ਆ ਜੀ, ਇੰਨਾ ਕਮਾ ਰਹੇ ਨੇ। ਇੱਥੋਂ ਤੱਕ ਹੋਇਆ ਕਿ ਦੇਖੋ ਲੋਕਾਂ ਨੂੰ ਇਸ ਗੱਲ ਦਾ ਦੇਖੋ ਨੁਕਸਾਨ ਹੈ, ਅਤੇ ਉਹਨਾਂ ਨੂੰ ਖਿਝ ਵੀ ਆਈ, ਗੁੱਸਾ ਵੀ ਕੱਢਿਆ ਸਾਡੇ 'ਤੇ ਆ ਕੇ। ਈਵਨ ਸਾਡੇ ਆਫਿਸ ਵਿੱਚ ਆ ਕੇ ਇਹਨਾਂ ਦੀ ਜਿਹੜੇ ਪ੍ਰੈਜ਼ੀਡੈਂਟ ਹੈਗੇ ਇਹਨਾਂ ਦੀ ਐਸੋਸੀਏਸ਼ਨ ਦੇ ਜਿਹੜੇ ਲੈਬ ਦੇ, ਸਾਡੇ ਆਫਿਸ 'ਚ ਆ ਕੇ ਸਾਨੂੰ ਥ੍ਰੈਟ ਕਰਕੇ ਗਏ ਆ ਉਹ, ਵੀ ਤੁਸੀਂ ਗਲਤ ਕਰ ਰਹੇ ਹੋ, ਸਾਡੀਆਂ ਦੁਕਾਨਦਾਰੀਆਂ ਬੰਦ ਹੋ ਰਹੀਆਂ ਨੇ। ਅਤੇ ਉਦੋਂ ਫਿਰ ਜਦੋਂ ਇਹ ਸਾਨੂੰ ਥ੍ਰੈਟ ਮਿਲੀ ਸੀ, ਉਦੋਂ ਸਾਡੀਆਂ 6 ਲੈਬੋਰਟਰੀਆਂ ਖੁੱਲ੍ਹੀਆਂ ਸੀਗੀਆਂ। ਅਤੇ ਫਿਰ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਦੇਖੋ ਤੁਸੀਂ ਇੰਨਾ ਪੈਸਾ ਕਮਾ ਰਹੇ ਹੋ, ਅਗਰ ਅਸੀਂ 12 ਰੁਪਏ 'ਚ ਕੰਮ ਕਰਕੇ ਸਾਨੂੰ ਲਾਸ ਨਹੀਂ ਹੈ, ਚਲੋ ਤੁਸੀਂ 20 ਰੁਪਏ ਲੈ ਲਓ, 25 ਰੁਪਏ ਲੈ ਲਓ, ਲੇਕਿਨ ਛਿਲਦਾ ਨਾ ਲਾਓ ਪੇਸ਼ੈਂਟ ਦੀ। ਮੈਂ ਕਿਹਾ ਲੈਬੋਰਟਰੀਆਂ ਬੰਦ ਨਹੀਂ ਹੋਣੀਆਂ, ਸਾਨੂੰ ਇਸੇ ਸਾਲ 'ਚ ਅਸੀਂ 50 ਦੀ 50 ਖੋਲ੍ਹ ਕੇ ਦਿਖਾਵਾਂਗੇ। ਫਿਰ ਜਿੱਥੇ ਉਹ ਜਿਹੜਾ ਪ੍ਰੈਜ਼ੀਡੈਂਟ ਸੀ, ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਭਾਈ ਤੇਰੀ ਲੈਬੋਰਟਰੀ ਕਿੱਥੇ ਹੈ?
ਉਹ ਕਹਿੰਦਾ ਜੀ ਇਸ ਏਰੀਆ 'ਚ ਹੈ। ਫਿਰ ਮੈਂ ਡਾਕਟਰ ਸਾਹਿਬ ਨੂੰ ਮੈਂ ਕਿਹਾ ਜੀ ਇਹਨਾਂ ਦੇ ਏਰੀਆ 'ਚ ਜਿੱਥੇ ਇਹਦੀ ਲੈਬੋਰਟਰੀ ਆ ਇੱਕ ਉੱਥੇ ਵੀ ਲੈਬੋਰਟਰੀ ਖੋਲ੍ਹ ਦਿਓ। ਅੱਛਾ ਜੀ। ਕਿਉਂਕਿ ਅਸੀਂ ਕਿਉਂ ਡਰੀਏ, ਜਾਂ ਤਾਂ ਹੋਵੇ ਅਸੀਂ ਗਲਤ ਕੰਮ ਕਰ ਰਹੇ ਹਾਂ, ਪਬਲਿਕ ਸਾਡੇ ਨਾਲ ਹੈ। ਹਾਂਜੀ। ਅਸੀਂ ਤਾਂ ਪਬਲਿਕ ਦੇ ਫਾਇਦੇ ਲਈ ਕਰ ਰਹੇ ਹਾਂ ਨਾ ਕਿ ਪਬਲਿਕ ਜਿਹੜੇ ਲੋਕ ਇਲਾਜ ਕਰਾ ਨਹੀਂ ਸਕਦੇ, ਟੈਸਟ ਨਹੀਂ ਕਰਾ ਸਕਦੇ, ਅਸੀਂ ਤਾਂ ਉਹਨਾਂ ਦੀ ਹੈਲਪ ਕਰ ਰਹੇ ਹਾਂ ਕਿ ਭਾਈ ਤੁਸੀਂ ਸਸਤੇ ਰੇਟਾਂ ਦੇ 5-10 ਰੁਪਏ 20 ਰੁਪਏ ਦਾ ਕੋਈ ਵੀ ਖਰਚ ਲੇਗਾ, ਜੀ ਜੀ। ਲੇਕਿਨ 500 700 800 ਰੁਪਇਆ ਉਹ ਨਹੀਂ ਖਰਚ ਸਕਦੇ। ਪਰ ਅਬਰਾਏ ਸਾਹਿਬ ਜਿਵੇਂ 50 ਲੈਬੋਰਟਰੀ ਇਨਫ ਹੋਣਗੀਆਂ ਪੂਰੇ ਪੰਜਾਬ ਦੇ ਲਈ, ਜਾਂ ਅੱਗੇ ਚੱਲਦਾ ਰਹੂਗਾ ਪ੍ਰੋਸੈਸ? ਕਿਉਂਕਿ 50 ਮੈਨੂੰ ਲੱਗਦਾ ਵੀ ਘੱਟ ਹੋਣਗੇ, ਮਰੀਜ਼ ਬਹੁਤ ਹੁੰਦੇ ਆ ਜੀ। ਨਹੀਂ ਘੱਟ ਨਹੀਂ ਹੈਗੀਆਂ, 50 ਵੀ ਕਾਫੀ ਹੈਗੀਆਂ, ਲੇਕਿਨ ਇਹ ਸਾਡਾ ਪਹਿਲਾ ਸਟੈਪ ਸੀਗਾ। ਇਹ ਅਸੀਂ 50 ਖੋਲ੍ਹ ਕੇ ਨਾਲ ਦੀ ਨਾਲ ਅਸੀਂ ਜਿਹੜੇ 50 ਉਹ ਵੀ ਖੋਲਾਂਗੇ, ਪਰ ਅੱਗੇ ਦੇਖਿਆ ਜਾਏ ਤਾਂ ਸਾਡੇ ਕੋਲ 10-12 ਹੋਰ ਲੈਬੋਰਟਰੀਆਂ ਦੀ ਜਿਹੜੀ ਡਿਮਾਂਡ ਆ ਚੁੱਕੀ ਹੋਈ ਹੈ। ਸੋ ਇਹ ਸਿਲਸਿਲਾ ਬੰਦ ਨਹੀਂ ਹੋਣਾ, ਇਹ 50 ਹੁਣ ਖੁੱਲ੍ਹ ਜਾਣਗੀਆਂ, ਚੱਲ ਪੈਣਗੀਆਂ, ਫਿਰ ਮੈਡੀਸਨ ਨਾਲ ਸ਼ੁਰੂ ਹੋ ਜਾਏਗੀ, ਨਾਲ ਦੀ ਨਾਲ 50 ਲੈਬੋਰਟਰੀਆਂ ਅਸੀਂ ਹੋਰ ਵੀ ਅੱਗੇ ਖੋਲਾਂਗੇ। ਸਟੋਰਾਂ ਦੇ ਉੱਤੇ ਦਵਾਈ ਮਿਲ ਕੇ ਉਹ ਵੀ 10% ਤੇ ਜਿਵੇਂ ਦੇਖੋ ਜਿਹੜਾ ਅੱਜ ਜਿਹੜਾ ਪਤਾ ਤੁਹਾਨੂੰ ਮਾਰਕੀਟ 'ਚ ਜਿਹੜਾ ਲਿਖਿਆ ਹੋਇਆ ਉਹ ਤੁਹਾਨੂੰ ਮਿਲ ਰਿਹਾ 120 ਜਾਂ 125 ਰੁਪਏ ਦਾ ਮਿਲ ਰਿਹਾ ਨਾ, ਉਹਦੀ ਅਸਲੀ ਕੀਮਤ 9-10 ਰੁਪਏ ਤੋਂ ਉੱਤੇ ਨਹੀਂ ਹੈ। ਤੇ ਟਰਸਟ ਵੱਲੋਂ ਜਿੱਦਾਂ ਹੁਣ ਅਸੀਂ ਹੈ ਕਿ ਅਸੀਂ ਬਿਲਕੁਲ ਸਿਰਫ ਸੈਲਰੀਆਂ ਕੱਢ ਰਹੇ ਹਾਂ ਸਟਾਫ ਦੀਆਂ, ਜਾਂ ਰਨਿੰਗ ਜਿਹੜੇ ਐਕਸਪੈਂਸ ਉਹ ਨਿਕਲ ਕੇ ਬਾਕੀ ਸਾਰਾ ਅਸੀਂ ਉਹਦੇ ਪਾ ਦਿੰਦੇ ਹਾਂ ਕਿ ਤਾਂ ਜੋ ਪਬਲਿਕ ਨੂੰ ਫਾਇਦਾ ਹੋ ਜਾਏ। ਸੋ ਉਹ ਰੇਟ ਉਹਨੇ ਘਟਾਤੇ ਜਾਂਦੇ। ਇਸੇ ਤਰ੍ਹਾਂ ਦਵਾਈਆਂ ਵਿੱਚ ਵੀ ਜਿਹੜਾ ਉਹ 8-10% ਜਿਹੜੀ ਦਵਾਈ ਦੀ ਕੋਸਟ ਹੈਗੀ ਆ, ਅਸੀਂ ਥੋੜ੍ਹੇ ਬਹੁਤੇ ਇੱਕ ਅੱਧਾ ਮਤਲਬ ਕਿ 50 ਪੈਸੇ ਰੱਖ ਕੇ ਜਿਹਦੇ ਨਾਲ ਸਾਡੇ ਖਰਚੇ ਨਿਕਲ ਸਕਣ, ਤੇ ਉਹ ਸਾਰਾ ਫਾਇਦਾ ਜਿਹੜਾ ਅਸੀਂ ਉਹ ਪੇਸ਼ੈਂਟ ਨੂੰ ਦੇਵਾਂਗੇ, ਆਮ ਪਬਲਿਕ ਨੂੰ ਦੇਵਾਂਗੇ। ਇਹ ਦਵਾਈਆਂ ਸਾਰੀਆਂ ਹੀ ਹੋਣਗੀਆਂ ਜੀ ਜਾਂ ਫਿਰ ਕੁਝ? ਤਕਰੀਬਨ ਕਾਫੀ ਉਹ ਸਾਡੀ ਡਾਕਟਰ ਟੀਮ ਲੱਗੀ ਹੋਈ ਹੈ, ਸਾਰਾ ਅਸੀਂ ਆਲਰੇਡੀ ਗਰਾਊਂਡ ਵਰਕ ਕਰ ਚੁੱਕੇ ਹੋਏ ਹਾਂ, ਕਿਉਂਕਿ ਇਹ ਸਟੋਰ ਖੋਲ੍ਹਣਾ ਕੋਈ ਛੋਟਾ ਮੋਟਾ ਕੰਮ ਹੈ ਨਹੀਂ, ਲੇਕਿਨ ਅਸੀਂ ਬਾਕੀ ਵੀ ਟਰਸਟ ਵਾਲੇ ਸਾਰੇ ਕੰਮ ਕਰ ਰਹੇ ਹਾਂ। ਔਰ ਦੂਜਾ ਅਸੀਂ ਲੱਕੀ ਇਹ ਹੈ ਕਿ ਸਾਡਾ ਜਿੰਨਾ ਸਟਾਫ ਹੈ, ਜਿੰਨੀਆਂ ਸਾਡੀਆਂ ਟੀਮਾਂ, ਚਾਹੇ ਜੱਗੀ ਸਾਹਿਬ ਖੜੇ ਨੇ, ਰੋਪੜ ਦੀ ਟੀਮ ਹੈ, ਜਾਂ ਡਿਸਟ੍ਰਿਕਟ ਵਾਈਜ਼ ਸਾਡੀਆਂ ਜਿੰਨੀਆਂ ਟੀਮਾਂ ਨੇ, ਉਹ ਸਾਰੀਆਂ ਇਹਦਾ ਕੋਈ ਇੰਟਰਸਟ ਨਹੀਂ ਹੈ, ਕੋਈ ਪੈਸਾ ਨਹੀਂ ਲੈ ਰਿਹਾ, ਕੋਈ ਸੈਲਰੀ ਪੇਡ ਬੰਦਾ ਨਹੀਂ ਹੈਗਾ, ਸਾਰੇ ਸੇਵਾ ਕਰ ਰਹੇ ਆ। ਤੇ ਇਸੇ ਤਰੀਕੇ ਨਾਲ ਸਾਡੇ ਡਾਕਟਰਸ ਲੋਕ ਹੈਗੇ ਸਾਰੇ, ਉਹ ਇਸ ਕੰਮ 'ਚ ਸੇਵਾ ਕਰ ਰਹੇ ਆ ਕਿ ਜਿੱਥੋਂ ਸਸਤੀਆਂ ਦਵਾਈਆਂ ਮਿਲ ਜਾਣ, ਅੱਛੀਆਂ ਦਵਾਈਆਂ ਮਿਲ ਜਾਣ, ਅੱਛੇ ਰੇਟਾਂ ਦੇ ਮਿਲ ਜਾਣ। ਸੋ ਉਹ ਉਹਨਾਂ ਨੇ ਆਪਣਾ ਜਿਹੜਾ ਡਿਪਾਰਟਮੈਂਟ ਸਾਰਾ ਸੰਭਾਲਿਆ ਹੋਇਆ, ਜਿਸ ਤਰ੍ਹਾਂ ਕਿ ਮੈਡੀਕਲ ਦਾ ਆਪਣਾ ਸੰਭਾਲਿਆ ਹੋਇਆ ਹੈ, ਪੈਨਸ਼ਨਾਂ ਦਾ ਆਪਣਾ ਡਿਪਾਰਟਮੈਂਟ ਹੈ, ਸਪੈਸ਼ਲ ਬੱਚਿਆਂ ਦਾ ਆਪਣਾ ਡਿਪਾਰਟਮੈਂਟ ਹੈ, ਜਿਹੜੇ ਡੇਲੀ ਸਾਡੀ OPD ਹੁੰਦੀ ਹੈ ਮੈਡੀਕਲ, ਉਹ ਵੱਖਰੇ ਡਾਕਟਰ ਸਾਡੇ ਬੈਠੇ ਹੋਏ ਨੇ, ਉਹ ਸੰਭਾਲੀ ਜਾ ਰਹੇ ਨੇ। ਲੈਬੋਰਟਰੀਆਂ ਡਾਕਟਰ ਗਿੱਲ ਸੰਭਾਲ ਰਹੇ ਨੇ, ਡਾਇਲਸਿਸ ਸੈਂਟਰ ਕੋ ਹੋਰ ਸੰਭਾਲ ਰਹੇ ਨੇ। ਸੋ ਇਸ ਤਰੀਕੇ ਨਾਲ ਸਾਰਾ ਇਸੇ ਤਰ੍ਹਾਂ ਜਿਹੜੀ ਪਰਚੇਜ਼ਿੰਗ ਹੋਣੀ ਹੈ ਦਵਾਈਆਂ ਦੀ, ਉਹ ਵੀ ਸਾਡੀਆਂ ਆਲਰੇਡੀ ਡਿਊਟੀਆਂ ਲੱਗੀਆਂ ਹੋਈਆਂ ਨੇ। ਤੇ ਜਦ ਤੱਕ ਅਸੀਂ ਖੋਲ੍ਹਣੀ ਸ਼ੁਰੂ ਕਰਨੀ ਹੈ ਤਾਂ ਉਹਨਾਂ ਨੇ ਪੂਰਾ ਹੋਮਵਰਕ ਕੀਤਾ ਹੋਊਗਾ, ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਏਗੀ, ਅਸੀਂ ਈਜ਼ੀਲੀ ਜਿਹੜੇ ਸਟੋਰ ਵੀ ਖੋਲ੍ਹ ਦਾਂਗੇ। ਮੈਡੀਕਲ ਸਟੋਰਾਂ ਦੇ ਇਸ ਐਲਾਨ ਤੋਂ ਬਾਅਦ ਫਿਰ ਅੱਜ ਮੈਡੀਕਲ ਸਟੋਰ ਯੂਨੀਅਨ ਦੇ ਪ੍ਰਧਾਨ ਨੇ ਵੀ ਮੀਟਿੰਗਾਂ ਬੁਲਾ ਲਈਆਂ ਹੋਣੀਆਂ ਜੀ ਤੁਹਾਡੇ ਆਫਿਸ ਪਹੁੰਚਣ ਲਈ? ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ, ਇਹ ਕੰਮ ਜਿਹੜੇ ਡਰ ਕੇ ਨਹੀਂ ਹੁੰਦੇ। ਤੇ ਅਸੀਂ ਤਾਂ ਪਹਿਲੇ ਦਿਨ ਤੋਂ ਦੇਖੋ, ਪਹਿਲਾਂ ਦੁਕਾਨਦਾਰੀਆਂ ਬੰਦ ਕੀਤੀਆਂ, ਅੱਖਾਂ ਦੇ ਜਿਹੜੇ ਆਪਰੇਸ਼ਨ ਕਰਦੇ ਸੀ, ਲੁੱਟ ਮਚੀ ਹੋਈ ਸੀ, ਕੋਈ 10,000 ਮੰਗ ਰਿਹਾ, ਕੋਈ 12,000 ਮੰਗ ਰਿਹਾ, ਅਸੀਂ 50,000 ਲੈਂਸ ਪਾਤੇ, ਬਿਲਕੁਲ ਫ੍ਰੀ ਕੀਤੇ, 1 ਰੁਪਏ ਦਾ ਖਰਚਾ ਨਹੀਂ ਕੀਤਾ। ਔਰ ਹਰ ਡਿਸਟ੍ਰਿਕਟ ਸਾਡੇ ਜਿਹੜੇ ਹੁਣ ਵੀ ਸਾਡੇ ਜਿਹੜੇ ਅਸਲੇ ਹੈ, ਕਿਉਂਕਿ ਕੋਵਿਡ ਦੇ ਕਰਕੇ ਬੰਦ ਕਰਤੇ ਸੀਗੇ, ਹੁਣ ਜਿਸਲੇ ਸ਼ੁਰੂ ਹੋ ਗਿਆ ਸਾਡੇ, ਅੱਜ ਅਸੀਂ ਹਰ ਡਿਸਟ੍ਰਿਕਟ ਨੂੰ ਜਿਹੜੇ ਹੈ, ਚਾਹੇ ਪੰਜਾਬ ਹੈ, ਚਾਹੇ ਰਾਜਸਥਾਨ, ਚਾਹੇ ਹਰਿਆਣਾ, ਚਾਹੇ ਹਿਮਾਚਲ ਹੈ, ਅੱਜ ਅਸੀਂ 4-4 5-5 ਕੈਂਪ ਜਿਹੜੇ ਅਲਾਟ ਕਰ ਦਿੱਤੇ ਆ। ਸੋ ਇਸ ਤਰੀਕੇ ਨਾਲ ਸਾਡਾ ਜਿਹੜਾ ਇਸ ਸਾਲ ਦਾ ਸਾਡਾ ਜਿਹੜਾ ਬਜਟ ਹੈ, ਜਿਹੜਾ ਟਾਰਗੇਟ ਸਾਡਾ ਹੈ, ਅਸੀਂ 200 ਕੈਂਪ ਜਿਹੜਾ ਇਹ ਸਾਡਾ ਲੱਗਣਾ ਇਸ ਸਾਲ ਦੇ ਵਿੱਚ। ਔਰ ਤਕਰੀਬਨ 20,000 ਦੇ ਕਰੀਬ ਅਸੀਂ ਜਿਹੜੇ ਆ ਉਹ ਅੱਖਾਂ ਦੇ ਆਪਰੇਸ਼ਨ ਕਰਕੇ ਤੇ ਲੈਂਸ ਪਾ ਕੇ ਅਸੀਂ ਦੇਣੇ ਆ। ਉਹ ਵੀ ਉਹਦੇ 'ਚ ਵੀ ਲੋਕਾਂ ਨੂੰ ਬੜੀਆਂ ਮਿਰਚਾਂ ਲੱਗੀਆਂ ਸੀਗੀਆਂ, ਜਿਸ ਲਈ ਅਸੀਂ ਉਹ ਦੁਕਾਨਦਾਰੀਆਂ ਬੰਦ ਕੀਤੀਆਂ। ਉਸ ਤੋਂ ਬਾਅਦ ਫਿਰ ਜਿਹੜੇ ਕਿਡਨੀ ਦੇ ਪੇਸ਼ੈਂਟ ਸੀ, ਡਾਇਲਸਿਸ ਜਿਹੜੇ ਕਰਾਉਂਦੇ ਸੀ, ਜਿਹੜਾ ਕਿ ਇੱਕ ਡਾਇਲਸਿਸ 3,500-4,000 'ਚ ਹੁੰਦਾ ਸੀ, ਅਸੀਂ ਉਹ 400-450 ਰੁਪਏ 'ਚ ਕਰ ਰਹੇ ਹਾਂ। ਉਹ ਵੀ ਉਹਨਾਂ ਨੂੰ ਨੁਕਸਾਨ ਹੋਇਆ। ਤੀਸਰੀ ਮਾਰ ਅਸੀਂ ਮਾਰੀ ਜਿਹੜੀ ਆ ਲੈਬੋਰਟਰੀਆਂ ਦੀ। ਚੌਥੀ ਹੁਣ ਕਰਾਂਗੇ ਅਸੀਂ ਮੈਡੀਸਨ ਦੀ। ਸਾਡਾ ਵਿਰੋਧ ਤੇ ਹੋਣਾ ਹੀ ਹੋਣਾ ਹੈ, ਲੇਕਿਨ ਅਸੀਂ ਤਿਆਰ ਹਾਂ ਉਹਦੇ ਲਈ। ਅਸੀਂ ਤੁਹਾਡੇ ਤੇ ਮਾਣ ਕਰਦੇ, ਪਰ ਇੱਕ ਪੱਤਰਕਾਰੀ ਦਾ ਫਰਜ਼ ਨਿਭਾਉਂਦੇ ਹੋਏ ਸਵਾਲ ਮੈਂ ਕਰਨਾ ਚਾਹੁੰਦਾ ਹਾਂ ਵੀ ਡਾਕਟਰ ਸਾਹਿਬ, ਜਿਵੇਂ ਬਹੁਤ ਸਾਰੇ ਕਾਰਪੋਰੇਟ ਘਰਾਣਿਆਂ ਨੇ ਸ਼ੁਰੂ ਦੇ ਵਿੱਚ ਨਾ ਬਹੁਤ ਘੱਟ ਮਾਰਜਨ ਦੇ ਉੱਤੇ ਸ਼ੁਰੂ ਕਰ ਲਈਆਂ ਦਿੱਤੇ ਜੀ, 80% ਆਫਰ ਦੇ ਦਿੱਤਾ ਜੀ, 90% ਦੇ ਦਿੱਤਾ, ਤੇ ਬਾਅਦ ਦੇ ਵਿੱਚ ਹੁਣ ਉਹਨਾਂ ਦੇ ਸਟੋਰਾਂ ਦੇ ਉੱਤੇ ਹੀ ਜੀ ਜਿਹੜੀ ਛੱਲੀ ਬਾਹਰ 10 ਰੁਪਏ ਦੀ ਮਿਲਦੀ, ਉੱਥੇ ਜੀ ਉਹ 50-50 ਰੁਪਏ ਦੀ ਮਿਲ ਰਹੀ। ਕਿਤੇ ਇਸ ਤਰ੍ਹਾਂ ਦਾ ਤਾਂ ਨਹੀਂ ਜੀ ਆਉਣ ਵਾਲੇ? ਅੱਜ ਤੋਂ 50 ਸਾਲ ਬਾਅਦ ਵੀ ਇਹੀ ਰੇਟ ਰਹਿਣਗੇ? ਦੇਖੋ, ਅੱਜ 12 ਸਾਲ ਤਾਂ ਹੋ ਗਏ ਸਾਨੂੰ ਕੰਮ ਕਰਦੇ ਹਾਂ। ਇਹਦੇ 'ਚ ਜਿਹੜਾ ਲਾਲਚ ਕਰ ਰਹੇ ਹੋ ਨਾ, ਜਿਹੜਾ ਰੇਟ ਵਧਾਉਣੇ, ਇਹ ਕਰਨਾ, ਇਹ ਉਦੋਂ ਪੈਦਾ ਹੁੰਦਾ ਜਦੋਂ ਅਸੀਂ ਰਸੀਦ ਬੁੱਕ ਲੈ ਕੇ ਤੇ ਕਲੈਕਸ਼ਨ ਸ਼ੁਰੂ ਕਰਦੇ ਹਾਂ ਵੀ ਸਾਨੂੰ ਉੱਥੋਂ ਵੀ ਪੈਸਾ ਆਉਣਾ, ਸਾਨੂੰ ਉੱਥੋਂ ਵੀ ਪੈਸਾ ਆਉਣਾ। ਹੁਣ ਸਾਡਾ ਟੈਸਟ ਇੱਕੋ ਹੈ ਕਿ ਜਿਹਨੇ ਰਸੀਦ ਬੁੱਕ ਨਹੀਂ ਬਣਾਈ, ਸਾਡੀ ਆਪਣੀ ਜੇਬ 'ਚੋਂ ਪੈਸਾ ਜਾ ਰਿਹਾ ਸਾਰਾ। ਤੇ ਜੋ ਅਸੀਂ ਫੈਸਿਲਿਟੀ, ਅਸੀਂ ਇਹ ਨਹੀਂ ਕਿ ਇੱਕੋ ਵਾਰ ਆਪਾਂ ਛਾਲ ਮਾਰ ਦਿੱਤੀ ਕਿ ਅਸੀਂ 6 ਦੇ 6 ਪ੍ਰੋਜੈਕਟ ਅਸੀਂ ਇਕੱਠੇ ਸ਼ੁਰੂ ਕਰਤੇ, ਨਹੀਂ। ਅਸੀਂ ਇੱਕ ਪ੍ਰੋਜੈਕਟ ਨੂੰ ਲਿਆ,
ਉਸ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ, ਜੀ ਚਲਾਇਆ ਪੂਰਾ। ਹੁਣ ਅੱਜ ਇੱਥੇ ਦੇਖੋ, ਅੱਜ ਵੀ ਅਸੀਂ ਇੱਥੇ ਗੁਰਦੁਆਰਾ ਸਾਹਿਬ 'ਚ ਆਏ ਹਾਂ, ਬਾਬਾ ਜੀ ਵੱਲੋਂ ਇੱਕ ਰਿਕੁਐਸਟ ਆਈ ਕਿ ਸਾਨੂੰ ਆ ਵੀ ਚਾਹੀਦਾ ਤੇ ਮੇਰੀ ਇੱਕੋ ਗੱਲ ਸੀ ਕਿ ਪਹਿਲਾਂ ਲੈਬੋਰਟਰੀ ਖੋਲ੍ਹ ਦਿੱਤੀ, ਅਸੀਂ ਇਹਨੂੰ ਪ੍ਰੋਪਰ ਲੈਬੋਰਟਰੀ ਨੂੰ ਚਲਾ ਲਈਏ। ਪਹਿਲਾਂ ਲੈਬੋਰਟਰੀ ਚੱਲ ਜਾਏਗੀ, ਫਿਰ ਅਸੀਂ ਅੱਗੇ ਡਿਸਪੈਂਸਰੀ ਬਾਰੇ ਵੀ ਸੋਚ ਸਕਦੇ ਹਾਂ ਜਾਂ ਹੋਰ ਅੱਗੇ ਕੀ ਕਰਨਾ ਸੋਚ ਸਕਦੇ ਹਾਂ। ਸੋ ਇਸੇ ਤਰੀਕੇ ਨਾਲ ਅਸੀਂ ਹਰ ਕੰਮ ਜਿਹੜਾ ਸਟੈਪ ਵਾਈਜ਼ ਕੀਤਾ ਔਰ ਅਸੀਂ ਬੜੇ ਕਾਮਯਾਬ ਹਾਂ। ਉਹਦਾ ਸਿਰਫ ਰੀਜ਼ਨ ਇਹ ਹੈ ਕਿ ਸਾਡੀਆਂ ਅੱਛੀਆਂ ਟੀਮਾਂ ਨੇ, ਅੱਛੇ ਲੋਕ ਸਾਡੇ ਨਾਲ ਜੁੜੇ ਹੋਏ ਨੇ, ਸਾਰੇ ਪ੍ਰੋਫੈਸ਼ਨਲ ਲੋਕ ਨੇ, ਚਾਹੇ ਪ੍ਰੋਫੈਸਰ ਨੇ ਚਾਹੇ ਡਾਕਟਰ ਨੇ, ਸਾਰੇ ਸਾਡੇ ਨਾਲ ਜੁੜੇ ਹੋਰ ਉਹ ਆਪਣੀ ਜਿਹੜੀ ਡਿਊਟੀ ਹੈ ਉਹ ਬੜੀ ਜ਼ਿੰਮੇਵਾਰੀ ਨਾਲ ਨਿਭਾ ਰਹੇ ਨੇ ਜੀ। ਬਹੁਤ ਸਾਰੇ ਲੋਕ ਕਹਿੰਦੇ ਆ ਵੀ ਤੁਹਾਡੇ ਵਰਗੇ ਲੋਕਾਂ ਦੀ ਜੀ ਅੱਜ ਸਾਡੀ ਰਾਜਨੀਤੀ ਦੇ ਵਿੱਚ ਲੋੜ ਹੈ, ਤੁਹਾਡੇ ਵਰਗੇ ਮੁੱਖ ਮੰਤਰੀਆਂ ਦੀ ਲੋੜ ਹੈ ਜੀ, ਪਰ ਤੁਸੀਂ ਪਤਾ ਲੱਗਦਾ ਜੀ ਵੀ ਤੁਹਾਨੂੰ ਕਿਹਾ ਜਾਂਦਾ ਜੀ ਜਾਂ ਤੁਹਾਡੇ ਤੱਕ ਗੱਲ ਨਹੀਂ ਪਹੁੰਚਦੀ ਪਰ ਚਰਚਾ ਛਿੜ ਜਾਂਦੀ ਜੀ, ਤੁਸੀਂ ਮਨਾ ਕਰ ਦਿੰਦੇ ਹੋ ਜੀ ਰਾਜਨੀਤੀ 'ਚ ਆਉਣ ਤੋਂ, ਕਾਰਨ ਕੀ ਹੈ? ਤੁਸੀਂ ਇੰਗਲਿਸ਼ ਟ੍ਰਿਬਿਊਨ ਪੜ੍ਹੀ ਹੋਣੀ ਹੈ, ਉਹ 'ਚ ਮੇਰੇ 2 ਦਿਨ ਮੇਰੇ ਲਗਾਤਾਰ ਬਿਆਨ ਆਏ ਹੈ। ਉਹ 'ਚ ਮੈਂ ਅੱਜ 2 ਹੀ ਗੱਲਾਂ ਕਹੀਆਂ ਸੀ। ਮੈਂ ਕਿਹਾ ਮੇਰਾ ਕੋਈ ਇੰਟਰਸਟ ਨਹੀਂ ਹੈ, ਰੌਲਾ ਪਾਈ ਜਾਣ, ਦੇਖੋ ਮੀਡੀਆ ਵਾਲੇ ਕਹੀ ਜਾਣ, ਟੀਵੀ 'ਤੇ ਦਿਖਾਈ ਜਾਣ, ਕੋਈ ਇਹ ਦਿਖਾਵੇ ਵੀ ਡਿਮਾਂਡ ਹੈਗੀ ਹੈ ਜੀ ਓਬਰਾਏ ਹੈਗੀ ਹੈ, ਲੇਕਿਨ ਕਿਸੇ ਨੇ ਇਹ ਦੇਖਿਆ ਕਿ ਮੈਂ ਆਪਣੇ ਮੂੰਹ ਬੋਲਿਆ ਹੋਵੇ ਕਿ ਹਾਂ ਮੈਂ ਪੋਲੀਟਿਕਸ 'ਚ ਆ ਰਿਹਾ ਜਾਂ ਮੈਂ ਇਸ ਚੀਜ਼ ਕਰਨੀ ਜਾਂ ਮੈਨੂੰ ਆਹ ਦਿੱਤਾ ਜਾਵੇ, ਕਦੀ ਨਹੀਂ ਦਿੱਤਾ ਔਰ ਨਾ ਹੀ ਮੈਂ ਦਿਆਂਗਾ। ਰੀਜ਼ਨ ਇਹ ਹੈ ਕਿ ਜੋ ਮੈਨੂੰ ਆਨੰਦ ਇਸ ਤਰ੍ਹਾਂ ਸੇਵਾ ਕਰਕੇ ਮਿਲ ਰਿਹਾ ਨਾ ਜੀ, ਉਹ ਮੈਨੂੰ ਪੋਲੀਟਿਕਸ 'ਚ ਆ ਕੇ ਸਰਕਾਰਾਂ ਜਾ ਕੇ ਨਹੀਂ ਮਿਲਣਾ, ਕਿ ਉੱਥੇ ਲੱਤਾਂ ਬਾਹਾਂ ਖਿੱਚਣ ਵਾਲੇ ਬਹੁਤ ਨੇ, ਕੰਮ ਕੋਈ ਨਹੀਂ ਕਿਸੇ ਨੂੰ ਕਰਨ ਦਿੰਦਾ। ਇੱਥੇ ਮੈਨੂੰ ਪਤਾ ਕਿ ਇੱਥੇ ਮੈਨੂੰ ਖਿੱਚਣ ਵਾਲਾ ਕੋਈ ਨਹੀਂਗਾ। ਇੱਥੇ ਜਿਸ ਮੈਂ ਇਲਾਕੇ 'ਚ ਜਾਂਦਾ ਉਹ ਸਾਰੀ ਪਬਲਿਕ ਜਿਹੜੀ ਆ ਉਹ ਨਾਲ ਹੋ ਤੁਰਦੀ ਹੈ। ਫਿਰ ਮੈਨੂੰ ਇਹਨਾਂ ਗੱਡੀਆਂ ਦੀ ਲੋੜ ਨਹੀਂ ਹੈ, ਨਾ ਮੈਨੂੰ ਪੁਲਿਸ ਦੀ ਲੋੜ ਹੈ, ਨਾ ਮੈਨੂੰ ਗਨਮੈਨਾਂ ਦੀ ਲੋੜ ਹੈ, ਮੈਂ ਤਾਂ ਆਪ ਹੀ ਡਰਾਈਵ ਕਰਕੇ ਚੱਲ ਜਾਂਦਾ। ਕੋਈ ਡਰ ਨਹੀਂ ਨਾ ਮੈਨੂੰ, ਕਿਉਂਕਿ ਮੈਂ ਕਿਹੜਾ ਕਿਸੇ ਦਾ ਲੋਕਾਂ ਦਾ ਪੈਸਾ ਖਾ ਰਿਹਾ ਜਾਂ ਮੈਂ ਸਰਕਾਰ ਦਾ ਪੈਸਾ ਖਾ ਰਿਹਾ, ਮੈਂ ਤਾਂ ਆਪਣੇ ਪੱਲਿਓਂ ਜੇਬ 'ਚੋਂ ਲਾ ਰਿਹਾ। ਅਤੇ ਇੱਕੋ ਇੱਕ ਮੇਰਾ ਹੈਗਾ ਕਿ ਮੈਂ ਲੋੜਵੰਦ ਦੇ ਮੂੰਹ 'ਚ ਦੇਖੋ ਜਿਹਨੂੰ ਰਾਸ਼ਨ ਚਾਹੀਦਾ ਹੈ, ਜਿਹਨੂੰ ਉਹ ਅਸੀਂ ਉਹ ਸੇਵਾ ਕਰ ਸਕੀਏ, ਭੁੱਖੇ ਨੂੰ ਰੋਟੀ ਦੇ ਸਕੀਏ, ਮੈਡੀਕਲ ਦੀ ਫੈਸਿਲਿਟੀ ਦੇ ਸਕੀਏ, ਦਵਾਈ ਉਹਦੇ ਮੂੰਹ 'ਚ ਪਾ ਸਕੀਏ, ਐਜੂਕੇਸ਼ਨ ਦਾ ਅਸੀਂ ਐਜੂਕੇਸ਼ਨ ਦੇ ਸਕੀਏ। ਸੋ ਇਹ ਸਾਡੇ ਮੇਨ ਜਿਹੜੇ ਪ੍ਰੋਜੈਕਟ ਨੇ ਇਹ ਚੱਲ ਰਹੇ ਨੇ ਔਰ ਮੈਂ ਇਹਨੂੰ ਖੋਣਾ ਨਹੀਂ ਚਾਹੁੰਦਾ। ਜੋ ਮੈਨੂੰ ਆਨੰਦ ਇਸ ਸੇਵਾ 'ਚ ਆ ਰਿਹਾ ਨਾ ਜੀ, ਮੈਨੂੰ ਰਾਜਨੀਤੀ 'ਚ ਆ ਕੇ ਨਹੀਂ ਆਉਣਾ। ਇਸ ਲਈ ਮੈਂ 12 ਸਾਲ ਤੋਂ ਹੱਥ ਹੀ ਜੋੜ ਰਿਹਾ ਕਿ ਮੈਂ ਨਹੀਂ ਆਉਣਾ ਇਸ ਕੰਮ ਦੇ ਵਿੱਚ। ਤੁਹਾਡੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ। ਸੋ ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ। ਸੋ ਇਹ ਸੀ ਡਾਕਟਰ SP ਸਿੰਘ ਓਬਰਾਏ ਜੀ, ਜਿਨ੍ਹਾਂ ਨੇ ਸਪਸ਼ਟ ਕੀਤਾ ਵੀ ਮੈਂ ਸਿਰਫ ਸੇਵਾ ਕਰਨੀ ਚਾਹੁੰਦਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਫਲਸਫੇ ਤੇ ਚੱਲਦੇ ਹੋਏ ਸੇਵਾ ਕਰ ਰਹੇ ਨੇ। ਸੋ ਲੈਬੋਰਟਰੀਜ਼ ਜਿਹੜੀਆਂ ਹੈਗੀਆਂ ਬਹੁਤ ਸਾਰੀਆਂ ਖੋਲ੍ਹੀਆਂ ਜਾ ਰਹੀਆਂ ਨੇ। ਹੁਣ ਅਗਲਾ ਐਲਾਨ ਜਿਹੜਾ ਹੈਗਾ ਮੈਡੀਕਲ ਸਟੋਰਾਂ ਦਾ ਵੀ SP ਸਿੰਘ ਓਬਰਾਏ ਜੀ ਨੇ ਕਰ ਦਿੱਤਾ ਹੈ। ਸੋ ਬਹੁਤ ਸਾਰੇ ਲੋਕਾਂ ਦੀ ਮੰਗ ਵੀ ਸੀਗੀ ਵੀ ਰਾਜਨੀਤੀ 'ਚ ਆਉਣਾ ਚਾਹੀਦਾ, ਪਰ ਉਹ ਕਹਿੰਦੇ ਨੇ ਵੀ ਮੈਨੂੰ ਸਕੂਨ ਜਿਹੜਾ ਹੈਗਾ ਉਹ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਕੇ ਮਿਲਦਾ ਅਤੇ ਉਹ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹਿਣ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ, ਭਰਤਗੜ੍ਹ।